ਤੇ ਪ੍ਰਧਾਨ ਮੰਤਰੀ ਮੋਦੀ ਇਟਲੀ ਪਹੁੰਚੇ ਨੇ G7 ਸੰਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ। ਇਟਲੀ ਦੀ PM ਦੇ ਨਾਲ ਉਹਨਾਂ ਦੀ ਦੁਵੱਲੀ ਗੱਲਬਾਤ ਹੋਏਗੀ। ਅਮਰੀਕਾ ਤੇ ਹੋਰ ਦੇਸ਼ਾਂ ਦੇ ਨਾਲ ਵੀ ਬੈਠਕ ਹੋਣੀ ਹੈ। ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਨਰਿੰਦਰ ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਹੈ। ਆਪਣੇ ਪਹਿਲੇ ਵਿਦੇਸ਼ ਦੌਰੇ ਤੇ ਉਹ G7 ਮੀਟਿੰਗ ਦੇ ਵਿੱਚ ਪਹੁੰਚੇ ਨੇ ਹਿੱਸਾ ਲੈਣ ਦੇ ਲਈ। ਭਾਰਤ ਇਸ ਮੀਟਿੰਗ ਦੇ ਲਈ ਸਪੈਸ਼ਲ ਇਨਵਾਈਟੀ ਹੈ ਔਰ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਭਾਰਤ ਦੀ ਜਿਹੜੀ ਹੈ ਤਰਜਮਾਨੀ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ ਔਰ ਉੱਥੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਨਾਲ ਵੀ ਕਈ ਮੁੱਦਿਆਂ ਤੇ ਗੱਲਬਾਤ ਹੋ ਸਕਦੀ ਹੈ। ਤੇ ਖਬਰ ਕੁਵੈਤ ਤੋਂ ਹੈ। ਕੁਵੈਤ ਦੇ ਵਿੱਚ ਪਿਛਲੇ ਦਿਨੀ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਭਾਰਤ ਲਿਆਂਦੀਆਂ ਜਾ ਰਹੀਆਂ ਨੇ। ਕੁਵੈਤ ਤੋਂ ਇਹ ਵਿਸ਼ੇਸ਼ ਜਹਾਜ਼ ਦੇ ਰਾਹੀਂ ਇਹਨਾਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਏਗਾ। ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਜਿਹੜਾ ਹੈ ਉਹ ਇਹਨਾਂ ਮ੍ਰਿਤਕ ਦੇਹਾਂ ਨੂੰ ਲੈ ਕੇ ਆ ਰਿਹਾ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਉਹ ਕੁਵੈਤ ਗਏ ਹੋਏ ਨੇ ਔਰ ਉਹ ਇਸ ਜਹਾਜ਼ ਦੇ ਵਿੱਚ ਮੌਜੂਦ ਰਹਿਣਗੇ। ਕੁਵੈਤ ਦੇ ਵਿੱਚ ਪਿਛਲੇ ਦਿਨੀ ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਸੀ ਔਰ ਉੱਥੇ ਮਰਨ ਵਾਲਿਆਂ 'ਚ ਬਹੁਤ ਗਿਣਤੀ ਭਾਰਤੀਆਂ ਦੀ ਸੀ। 45 ਭਾਰਤੀਆਂ ਦੀ ਇਸ ਅਗਜ਼ਨੀ ਦੇ ਵਿੱਚ ਮੌਤ ਹੋਈ ਹੈ ਔਰ ਇਸ ਦੇ ਵਿੱਚ ਕੇਰਲ ਦੇ ਸਭ ਤੋਂ ਵੱਧ ਲੋਕ ਨੇ। 23 ਲੋਕ ਨੇ ਕੇਰਲ ਦੇ ਜਿਨ੍ਹਾਂ ਦੀ ਮੌਤ ਹੋਈ ਹੈ। ਤਾਮਿਲਨਾਡੂ ਦੇ 7 ਨੇ। ਪੰਜਾਬ ਤੇ ਹਰਿਆਣਾ ਦਾ ਇੱਕ ਸ਼ਖਸ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਗਈ। ਤੇ ਹੁਣ ਗੱਲ ਕਰਦੇ ਹਾਂ ਦਿੱਲੀ ਚੱਲ ਰਹੇ ਪਾਣੀ ਦੇ ਸੰਕਟ ਦੀ, ਜਿਸ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਪਾਣੀ ਦੀ ਵੰਡ ਦੇ ਮਾਮਲੇ 'ਚ ਦਖਲ ਦੇਣ ਤੋਂ ਇਨਕਾਰ ਕਰਦਿਆਂ ਅਪਰ ਯਮੁਨਾ ਰਿਵਰ ਬੋਰਡ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਦੇ ਲਈ ਕਿਹਾ ਹੈ। ਦਿੱਲੀ 'ਚ ਇੱਕ ਪਾਸੇ ਜਲ ਸੰਕਟ ਗਰਮਾ ਗਿਆ ਹੈ ਤਾਂ ਦੂਜੇ ਪਾਸੇ ਸੁਣਵਾਈਆਂ ਵੀ ਚੱਲ ਰਹੀਆਂ ਨੇ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਦਿੱਲੀ 'ਚ ਟੈਂਕਰ ਮਾਫੀਆ ਤੇ ਸਵਾਲ ਚੁੱਕੇ। ਦਿੱਲੀ ਸਰਕਾਰ ਨੂੰ ਇਸ ਤੇ ਕੀਤੀ ਕਾਰਵਾਈ ਬਾਰੇ ਪੁੱਛਿਆ, ਜਿਸ ਤੇ ਦਿੱਲੀ ਨੇ ਅਦਾਲਤ 'ਚ ਰਿਪੋਰਟ ਪੇਸ਼ ਕੀਤੀ ਹੈ ਤੇ ਕਿਹਾ ਉਹ ਟੈਂਕਰ ਮਾਫੀਆ ਤੇ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਇਹ ਮਾਫੀਆ ਹਰਿਆਣਾ ਤੋਂ ਚਲਾਇਆ ਜਾ ਰਿਹਾ ਹੈ ਤੇ ਉੱਥੇ ਕਾਰਵਾਈ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ। ਦਿੱਲੀ ਸਰਕਾਰ ਵੱਲੋਂ ਇਹ ਰਿਪੋਰਟ ਪੇਸ਼ ਕਰਨ ਦੀ ਦੇਰ ਸੀ ਕਿ ਭਾਜਪਾ ਨੇ ਮੋਰਚਾ ਖੋਲ੍ਹ ਦਿੱਤਾ ਤੇ ਦਿੱਲੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦਿਆਂ ਕਾਂਗਰਸ ਤੇ ਵੀ ਸਵਾਲ ਚੁੱਕੇ, ਜਿਸ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਤੇ ਕਿਹਾ कि जेकर टैंकर माफिया है तो उस पर भाजपा रोक लगा सकती है, पर वो इस पे सियासत कर रही है। लगता है कि आम आदमी पार्टी को हर टैंकर पानी पर कमीशन मिल रहा है। जैसे हर बोतल शराब पर कमीशन मिल रहा था वैसे हर टैंकर पर कमीशन है। इसीलिए कार्रवाई लेने के बदले कभी इस पर दोष कभी उस पर दोष। और मैं तो कांग्रेस से भी पूछना चाहता हूँ, आपका तो रिश्ता है ना इनके साथ, इंडी गठबंधन। ये हरियाणा के लोगों को गाली देते हैं, ये उत्तर प्रदेश के लोगों को गाली देते हैं, ये हिमाचल के लोगों को गाली देते हैं, जबकि सुप्रीम कोर्ट ने कहा कि पानी की सप्लाई में कोई कमी नहीं है इन प्रदेशों से। टैंकर माफिया पे नकेल कसनी जरूरी है। अगर हरियाणा में पानी भरा जा रहा है तो हरियाणा पुलिस को उनको रोकना होगा। अगर दिल्ली में मुनक कनाल पे पानी उनसे वो भर रहे हैं तो दिल्ली पुलिस को उनको रोकना होगा। हरियाणा पुलिस और दिल्ली पुलिस दोनों भारतीय जनता पार्टी के अंडर आते हैं। अगर वो इन टैंकरों से पानी भरना रोकना चाहते हैं तो वो आज रोक सकते हैं। उधर इस सुनवाई दौरान सुप्रीम कोर्ट ने दिल्ली जल संकट मामले 'ਚ दखल देने तो इनकार किया है। ये मामला अपर यमुना रिवर बोर्ड ਨੂੰ सौंप ਦਿੱਤਾ ਹੈ ਤੇ ਕਿਹਾ ਹੈ ਕਿ ਸੂਬਿਆਂ 'ਚ ਪਾਣੀ ਦੀ ਵੰਡ ਦਾ ਮੁੱਦਾ ਜਟਿਲ ਹੈ। ਇਸ ਮਾਮਲੇ ਦਾ ਨਿਪਟਾਰਾ ਰਿਵਰ ਬੋਰਡ ਹੀ ਕਰੇ। ਕੋਰਟ ਨੇ ਬੋਰਡ ਨੂੰ ਸ਼ੁੱਕਰਵਾਰ ਨੂੰ ਬੈਠਕ ਕਰਨ ਦਾ ਹੁਕਮ ਵੀ ਦਿੱਤਾ ਹੈ। ਕੋਰਟ 'ਚ ਸੁਣਵਾਈ ਦੌਰਾਨ ਹਿਮਾਚਲ ਨੇ ਵੀ ਆਪਣਾ ਪੱਖ ਰੱਖਿਆ ਤੇ ਦਿੱਲੀ ਨੂੰ ਪਾਣੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹਨਾਂ ਦੇ ਕੋਲ ਵਾਧੂ ਪਾਣੀ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀ ਹੋਈ ਸੁਣਵਾਈ 'ਚ ਹਿਮਾਚਲ ਨੇ 136 क्यूसेक ਪਾਣੀ ਦੇਣ ਦੀ ਗੱਲ ਆਖੀ ਸੀ ਤੇ ਇਸ ਗਲਤੀ ਤੇ ਹਿਮਾਚਲ सरकार ने सुप्रीम कोर्ट माफी मांगी। तो भी आज एडवोकेट जनरल जो हिमाचल प्रदेश सरकार की तरफ से अपीयर हुए, उन्होंने ये कहा कि माननीय सर्वोच्च न्यायालय से परमिशन लेते हुए कि इस स्टेटमेंट को मैं वापस लेता हूँ और मैं माफ़ी मांगता हूँ। और उसके बाद माननीय सर्वोच्च न्यायालय ने ये कहा कि आप इस स्टेटमेंट को वापस लीजिए। अगर आप वापस नहीं लेंगे तो हम आपके जल शक्ति सेक्रेटरी को बुला करके उनके अगेंस्ट में कंटेम्प्ट चलाएंगे क्योंकि उन्होंने गलत स्टेटमेंट। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਸੁਣਵਾਈ ਕਰਦਿਆਂ ਦਿੱਲੀ ਅਤੇ ਹਿਮਾਚਲ ਦੀ ਸਰਕਾਰ ਤੋਂ ਸਵਾਲ ਪੁੱਛੇ ਸਨ।
ਜਿਨ੍ਹਾਂ ਤੇ ਦੋਹਾਂ ਨੇ ਆਪਣਾ ਪੱਖ ਰੱਖਿਆ, ਜਿਸ ਤੇ ਸੁਪਰੀਮ ਕੋਰਟ ਨੇ ਇਹ ਮਾਮਲਾ ਅਪਰ ਯਮਨਾ ਰਿਵਰ ਬੋਰਡ ਦੇ ਕੋਲ ਭੇਜ ਦਿੱਤਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਗੱਲ ਨੀਟ ਪ੍ਰੀਖਿਆ ਦੀ। ਨੀਟ ਪ੍ਰੀਖਿਆ ਦੇ ਵਿੱਚ ਗੜਬੜੀਆਂ ਦੇ ਇਲਜ਼ਾਮਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਐਨਟੀਏ ਮੁਤਾਬਕ ਨੀਟ ਪ੍ਰੀਖਿਆ 'ਚ ਦਿੱਤੇ ਗਏ ਗ੍ਰੇਸ ਮਾਰਕਸ ਕੈਂਡੀਡੇਟਸ ਦੇ ਰੱਦ ਹੋਣਗੇ ਤੇ 23 ਜੂਨ ਨੂੰ ਨੀਟ ਦੀ ਪ੍ਰੀਖਿਆ ਦੁਬਾਰਾ ਹੋਏਗੀ। ਨੀਟ ਪ੍ਰੀਖਿਆ ਦੇਣ ਵਾਲੇ 1563 ਸਟੂਡੈਂਟਸ ਨੂੰ ਮੁੜ ਇਮਤਿਹਾਨ ਦੇਣਾ ਹੋਏਗਾ ਤੇ ਦੁਬਾਰਾ 23 ਜੂਨ ਨੂੰ ਪ੍ਰੀਖਿਆ ਹੋਏਗੀ ਤੇ 30 ਜੂਨ ਨੂੰ ਨਤੀਜਾ ਆਏਗਾ। ਐਨਟੀਏ ਨੈਸ਼ਨਲ ਟੈਸਟਿੰਗ ਏਜੰਸੀ ਨੇ ਇੱਕ ਕੋਰਟ ਵਿੱਚ ਜਾਣਕਾਰੀ ਦਿੱਤੀ ਹੈ। ਜਾਂ ਫਿਰ ਇਹਨਾਂ 1563 ਵਿਦਿਆਰਥੀਆਂ ਦੇ ਗ੍ਰੇਸ ਮਾਰਕਸ ਹਟਾ ਕੇ ਨਤੀਜੇ ਦਿੱਤੇ ਜਾ ਸਕਦੇ ਨੇ। ਪਟੀਸ਼ਨ ਵਿੱਚ 1563 ਕੈਂਡੀਡੇਟਸ ਨੂੰ ਦਿੱਤੇ ਗਏ ਗ੍ਰੇਸ ਮਾਰਕਸ ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ। ਐਨਟੀਏ ਨੇ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਸੀ। ਕਮੇਟੀ ਨੇ 10, 11, 12 ਜੂਨ ਨੂੰ ਇੱਕ ਬੈਠਕ ਸੱਦੀ, जिस तो बाद कोर्ट च हल्फनामा दाखिल किया। जैसे आपने इसका रजिस्ट्रेशन रीओपन किया है 2 दिन के लिए, उसका आपने कोई हमारे पहले से कोई नोटिफिकेशन नहीं इशू किया। दूसरा इशू हमने ये रेस किया था कि जो आपने ग्रेस मार्क्स पेपर लीक का इशू था और तीसरा ग्रेस मार्क्स का इशू था। तो आज ग्रेस मार्क्स का इशू कोर्ट ने कंसिडर किया है और उसमें ये कोर्ट ने ये बोला है कि कोर्ट एनटीए ने आके क्लैरिफिकेशन दिया है, कमेटी बनाई जिसके बेसिस पे कोर्ट ने ये बोला है कि ठीक है, जितने भी स्टूडेंट्स ने जिनको ग्रेस मार्क्स अवार्ड हुए हैं ये सब दोबारा से अपीयर होंगे 23 जून को और इनका रिजल्ट 30 जून को डिक्लेयर किया जाएगा। जबकि कुछ विद्यार्थियों ने आए इस फैसले ते भी शंका जाहिर की है कि जेकर एनटीए ये मनण लई तैयार है कि ग्रेस मार्क्स दिते गए ने ते होर फिर किन्नियां धांधलियां होणगियां। जब एनटीए खुद एग्री कर रहा है आ जाके कि हमने 1563 स्टूडेंट्स को जो ग्रेस दिया वो पूरी तरह से सही नहीं था, गलत था, तो और कितनी डिस्पेरेंसीज हो सकती है उसके अंदर, इसके ऊपर भी देखना चाहिए। क्योंकि उन्होंने ये चीज़ बिना किसी के परमिशन के अपने आप ग्रेस नंबर का कॉन्सेप्ट लेवल ला दिया। क्या पास में भी ऐसी चीज़ उन्होंने कभी की है जो कभी कोर्ट तक नहीं पहुँची है? और कितना उनके डेटाबेस के अंदर ऑडिट की भी बहुत ज़्यादा रिक्वायरमेंट, क्योंकि वो खुद एग्री कर रहे हैं कि ये चीज़ गलत हुई और फॉर लास्ट 7 डेज वो बिल्कुल नहीं एग्री कर रहे थे, बट आज उन्होंने ये चीज़ मान ली। लेकिन इस बार जो इन्हें किया है ग्रेस मार्क्स का जो ये कह रहे हैं उसमें 790 बच्चों ने क्वालिफाई किया है। क्वालिफाई में मतलब 600 प्लस नहीं होता, क्वालिफाई मतलब 164 से ज़्यादा मार्क्स होता है। तो 600 प्लस के बच्चे 50 होंगे तो 50 रैंक कम, अब 14,000 जो रैंक है वो 13,950 हो जाएगी, उससे तो कुछ फ़ायदा ही नहीं होगा ना। उनकी 3,000 है तो पेपर लीक क्या वो है मेन, इन्हें ग्रेस से पता नहीं क्यों ये लोग आ गए। दरअसल सुप्रीम कोर्ट च वीरवार नूं नीट यूजी 2024 रिजल्ट नूं चुनौती देण वाली 3 पटीशनां ते सुनवाई होई। इन्हां दे विच 3 मंगां रखीआं गईआं सन कि 1563 विद्यार्थियों नूं दित्ते ग्रेस मार्क्स गलत ने, मौजूदा रिजल्ट दे बेस ते हो रही काउंसलिंग रोकी जावे, नीट परीक्षा रद्द होवे, पेपर दोबारा कराया जावे। अब उनका ये प्रपोजल था कि इन 1563 स्टूडेंट्स को हम ऑप्शन देते हैं दूसरी बार एग्ज़ाम देने का, प्रॉबेबली 23 जून को। अब या तो ये री एग्ज़ाम दें ये बच्चे, या इनका चॉइस है री एग्ज़ाम ना दें और जिनके ओरिजिनल नंबर थे वो इनके रह जाएंगे, ग्रेस वाले नहीं रहेंगे। बट अभी भी 2 मुद्दे इसके अंदर ओपन रह गए। पहला, वो बच्चे जो माननीय हाईकोर्ट नहीं पहुंच पाए थे कि उनका समय का नुकसान हुआ है, उनको